ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। सत श्री अकाल जी, तुसीं देख रहे हो पंजाब मेल USA TV ते मैं हाँ जी सुरभि। खबरां दे इस बुलेटिन च बहुत बहुत स्वागत। पेश आन देश विदेश नाल जुड़ियां होईयां कुछ खास ते चोणवीआं खबरां। H1B वीज़ा ते $1 लाख दी वाधू फीस फिलहाल लागू नहीं, अपीली अदालत तो सरकार नूं झटका। ग्रीन कार्ड दी ख्वाहिश रखण वालियां नूं नवीआं मुश्किलां दा करना पै सकदा है सामना, ट्रंप प्रशासन ने लिया यह फैसला। आईस वालों हफ्ते अंत दौरान देश भर विच नवीं गिरफ्तारियां। DHS ने कहा करीब 70% गिरफ्तार लोकां ते अपराधिक दोष जां सजावां। अमेरिका विच 199 सिखां दे उत्ते नस्ली हमले। 1 करोड़ 70 लाख CDL ड्राइवरां दा डेटा केंद्री एजेंसियां नूं देण ते फैडरल अदालत दी रोक। जे ईरान दी मदद कीती तां भुगतने पैणगे गंभीर नतीजे, ट्रंप ने सारे देशां नूं दित्ती खुली चेतावनी। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕਾ ਦੇ ਵਿੱਚ H1B ਵੀਜ਼ੇ ਰਾਹੀਂ ਉੱਚ ਹੁਨਰ ਵਾਲੇ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਣ ਵਾਲੀਆਂ ਕੰਪਨੀਆਂ ਲਈ ਵੱਡੀ ਰਾਹਤ ਜਾਰੀ ਹੈ। ਨਵੀਆਂ H1B ਅਰਜ਼ੀਆਂ ਦੇ ਨਾਲ ਜੋੜੀ ਗਈ $1 ਲੱਖ ਦੀ ਵਾਧੂ ਫੀਸ ਇਸ ਵੇਲੇ ਲਾਗੂ ਨਹੀਂ ਕੀਤੀ ਜਾ ਸਕਦੀ। अमरीकी पहली सर्किट अपीली अदालत ने 24 जुलाई ਨੂੰ ट्रंप प्रशासन ਦੀ ਉਹ ਮੰਗ ਰੱਦ ਕਰ ਦਿੱਤੀ ਸੀ, ਜਿਸ ਰਾਹੀਂ ਸਰਕਾਰ ਹੇਠਲੀ ਅਦਾਲਤ ਦੇ ਫੈਸਲੇ ਨੂੰ ਅਪੀਲ ਦੌਰਾਨ ਰੋਕ ਕੇ ਇਹ ਫੀਸ ਮੁੜ ਵਸੂਲਣਾ ਚਾਹੁੰਦੀ ਸੀ। ਇਸ ਮਾਮਲੇ ਦੀ ਸ਼ੁਰੂਆਤ ਸਤੰਬਰ 2025 ਵਿੱਚ ਹੋਈ ਸੀ, ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇੱਕ ਘੋਸ਼ਣਾ ਤਹਿਤ ਕੁਝ ਨਵੇਂ H1B ਕੇਸਾਂ ਦੇ ਨਾਲ $1 ਲੱਖ ਦੀ ਅਦਾਇਗੀ ਦੀ ਸ਼ਰਤ ਜੋੜੀ ਗਈ ਸੀ। ਇਹ ਰਕਮ ਆਮ H1B ਸਰਕਾਰੀ ਫੀਸਾਂ ਨਾਲੋਂ ਕਈ ਗੁਣਾ ਵੱਧ ਸੀ ਅਤੇ ਇਸ ਦਾ ਸਭ ਤੋਂ ਵੱਡਾ ਅਸਰ ਉਹਨਾਂ ਕੰਪਨੀਆਂ ਤੇ ਪੈਣਾ ਸੀ ਜੋ ਵਿਦੇਸ਼ਾਂ ਤੋਂ ਡਾਕਟਰਾਂ, ਇੰਜੀਨੀਅਰਾਂ, ਵਿਗਿਆਨੀਆਂ, ਖੋਜਕਰਤਾ ਅਤੇ ਤਕਨੀਕੀ ਮਾਹਰਾਂ ਨੂੰ ਅਮਰੀਕਾ ਲਿਆਉਂਦੀਆਂ ਹਨ। 20 ਸੂਬਿਆਂ ਦੇ ਵੱਲੋਂ ਇਸ ਨੀਤੀ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ। 8 ਜੂਨ 2026 ਨੂੰ ਬੋਸਟਨ ਦੇ ਸੰਘੀ ਜੱਜ ਲਿਓ ਨੇ ਫੀਸ ਨੂੰ ਗੈਰ ਕਾਨੂੰਨੀ ਕਰਾਰ ਦਿੰਦਿਆਂ ਇਹ ਕਿਹਾ ਕਿ ਸਿਰਫ ਪ੍ਰਸ਼ਾਸਨਿਕ ਫੀਸ ਨਹੀਂ ਸਗੋਂ ਇੱਕ ਤਰ੍ਹਾਂ ਦਾ ਟੈਕਸ ਹੈ ਅਤੇ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਕਾਰਜਕਾਰੀ ਸ਼ਾਖਾ ਇਸ ਤਰ੍ਹਾਂ ਦਾ ਟੈਕਸ ਨਹੀਂ ਲਗਾ ਸਕਦੀ। ਅਦਾਲਤ ਨੇ ਇਹ ਵੀ ਮੰਨਿਆ ਕਿ ਸਰਕਾਰ ਨੇ ਆਪਣੀ ਕਾਨੂੰਨੀ ਹੱਦ ਤੋਂ ਵੱਧ ਅਧਿਕਾਰ ਵਰਤੇ। ਸਰਕਾਰ ਨੇ ਇਸ ਫੈਸਲੇ ਦੇ ਖਿਲਾਫ ਅਪੀਲ ਕਰਦਿਆਂ ਮੰਗ ਕੀਤੀ ਸੀ ਕਿ ਮੁੱਖ ਅਪੀਲ ਦਾ ਫੈਸਲਾ ਆਉਣ ਤੱਕ $1 ਲੱਖ ਦੀ ਫੀਸ ਜਾਰੀ ਰਹਿਣ ਦਿੱਤੀ ਜਾਵੇ, ਪਰ 24 ਜੁਲਾਈ ਨੂੰ 3 ਜੱਜਾਂ ਵਾਲੇ ਅਪੀਲੀ ਪੈਨਲ ਨੇ ਇਹ ਮੰਗ ਰੱਦ ਕਰ ਦਿੱਤੀ। ਅਦਾਲਤ ਨੇ ਇਹ ਕਿਹਾ ਹੈ ਕਿ ਸਰਕਾਰ ਇਹ ਸਾਬਤ ਨਹੀਂ ਕਰ ਸਕੀ ਕਿ ਮੁੱਖ ਅਪੀਲ ਵਿੱਚ ਉਸ ਦੀ ਜਿੱਤ ਦੀ ਮਜ਼ਬੂਤ ਸੰਭਾਵਨਾ ਹੈ। USCIS ਦੀ ਮੌਜੂਦਾ ਜਾਣਕਾਰੀ ਵੀ 8 ਜੂਨ ਦੇ ਅਦਾਲਤੀ ਫੈਸਲੇ ਅਤੇ 24 ਜੁਲਾਈ ਦੇ ਅਪੀਲੀ ਹੁਕਮ ਨੂੰ ਦਰਸਾਉਂਦੀ ਹੈ। ਇਸ ਲਈ ਫਿਲਹਾਲ ਪ੍ਰਭਾਵਿਤ H1B ਪਟੀਸ਼ਨਾਂ ਲਈ $1 ਲੱਖ ਦੀ ਇਹ ਵਾਧੂ ਅਦਾਇਗੀ ਨਹੀਂ ਵਸੂਲੀ ਜਾ ਰਹੀ। ਇਹ ਮਾਮਲਾ ਹਾਲੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਸਰਕਾਰ ਦੀ ਮੁੱਖ ਅਪੀਲ ਜਾਰੀ ਹੈ ਅਤੇ ਅੱਗੇ ਹੋਰ ਅਦਾਲਤੀ ਫੈਸਲਾ ਆ ਸਕਦਾ ਹੈ। ਇਸ ਲਈ H1B ਫਾਈਲ ਕਰਨ ਵਾਲੇ ਮਾਲਕਾਂ ਅਤੇ ਕਰਮਚਾਰੀਆਂ ਨੂੰ ਆਪਣੀ ਮਰਜ਼ੀ ਦੇ ਸਮੇਂ USCIS ਦੀ ਤਾਜ਼ਾ ਹਦਾਇਤ ਜ਼ਰੂਰ ਚੈੱਕ ਕਰਨੀ ਚਾਹੀਦੀ ਹੈ। ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਜਾਂ ਸਥਾਈ ਰਿਹਾਇਸ਼ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਨੂੰ ਅਗਲੇ ਮਹੀਨੇ ਤੋਂ ਨਵੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰੰਪ ਪ੍ਰਸ਼ਾਸਨ ਨੇ ਪਬਲਿਕ ਚਾਰਜ ਦੀ ਪਰਿਭਾਸ਼ਾ ਦਾ ਦਾਇਰਾ ਵਧਾ ਦਿੱਤਾ ਹੈ, ਜਿਸ ਨਾਲ ਉਹ ਲੋਕ ਜਿਨ੍ਹਾਂ ਨੇ ਮੈਡੀਕੇਡ, ਫੂਡ ਸਟੈਂਪ ਜਾਂ ਸਰਕਾਰ ਤੋਂ ਮਿਲਣ ਵਾਲੀ ਕਿਸੇ ਵੀ ਕਿਸਮ ਦੀ ਮਦਦ ਦਾ ਲਾਭ ਉਠਾਇਆ ਹੈ, ਉਹਨਾਂ ਦੀਆਂ ਅਰਜ਼ੀਆਂ ਖਾਰਜ ਕੀਤੀਆਂ ਜਾ ਸਕਦੀਆਂ ਹਨ। ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯਾਨੀ USCIS ਦੁਆਰਾ ਤੈਅ ਕੀਤਾ ਗਿਆ ਇਹ ਨਵਾਂ ਨਿਯਮ 18 ਸਤੰਬਰ ਤੋਂ ਲਾਗੂ ਹੋਵੇਗਾ ਅਤੇ ਇਸ ਦਾ ਪ੍ਰਭਾਵ ਗ੍ਰੀਨ ਕਾਰਡ ਦੀ ख्वाहिश ਰੱਖਣ ਵਾਲੇ ਭਾਰਤੀ ਪ੍ਰਵਾਸੀਆਂ ਤੇ ਵੀ ਪਵੇਗਾ। ਪਹਿਲੇ ਨਿਯਮ ਦੇ ਅਨੁਸਾਰ ਗ੍ਰੀਨ ਕਾਰਡ ਦੀ ਅਰਜ਼ੀ ਨੂੰ ਨਾਮਨਜ਼ੂਰ ਕਰਨ ਲਈ ਸਿਰਫ 2 ਕਿਸਮ ਦੇ ਸਰਕਾਰੀ ਫਾਇਦਿਆਂ ਨੂੰ ਆਧਾਰ ਮੰਨਿਆ ਜਾਂਦਾ ਸੀ: ਆਮਦਨ ਬਣਾਈ ਰੱਖਣ ਲਈ ਨਕਦ ਮਦਦ ਅਤੇ ਸਰਕਾਰ ਦੇ ਖਰਚੇ ਤੇ ਲੰਬੇ ਸਮੇਂ ਤੱਕ ਸੰਸਥਾਗਤ ਦੇਖਭਾਲ ਜਿਵੇਂ ਨਰਸਿੰਗ ਹੋਮ ਜਾਂ ਮਾਨਸਿਕ ਸਿਹਤ ਕੇਂਦਰ ਵਿੱਚ ਰਹਿਣਾ। ਇੱਕ ਅਧਿਕਾਰਤ ਬਿਆਨ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਪਬਲਿਕ ਚਾਰਜ ਦੇ ਆਧਾਰ ਤੇ ਅਯੋਗਤਾ ਨਿਰਧਾਰਿਤ ਕਰਨ ਲਈ USCIS ਅਧਿਕਾਰੀ 5 ਕਾਨੂੰਨੀ ਕਾਰਕਾਂ ਅਤੇ ਕਿਸੇ ਵੀ ਹੋਰ ਸੰਬੰਧਿਤ ਕਾਰਕਾਂ ਤੇ ਵਿਚਾਰ ਕਰਨਗੇ। ਇਸ ਨਾਲ ਇਹ ਅੰਦਾਜ਼ਾ ਲਗਾਇਆ ਜਾਵੇਗਾ ਕਿ ਕੀ ਸੰਬੰਧਿਤ ਵਿਅਕਤੀ ਦੇ ਭਵਿੱਖ ਵਿੱਚ ਕਦੇ ਵੀ ਪਬਲਿਕ ਚਾਰਜ ਬਣਨ ਦੀ ਸੰਭਾਵਨਾ ਹੈ। ਨਵੇਂ ਨਿਯਮ ਦੇ ਅਨੁਸਾਰ ਅਧਿਕਾਰੀ ਕਿਸੇ ਵੀ ਅਰਜ਼ੀਕਾਰ ਦੀ ਅਰਜ਼ੀ ਨੂੰ ਮਨਜ਼ੂਰੀ ਮਿਲਣ ਦੀ ਸੰਭਾਵਨਾ ਦਾ ਅੰਦਾਜ਼ਾ ਲਗਾਉਂਦੇ ਸਮੇਂ ਉਸ ਦੀ ਉਮਰ, ਸਿਹਤ, ਪਰਿਵਾਰਕ ਹਾਲਤ
ਆਰਥਿਕ ਹਾਲਤ, ਸਿੱਖਿਆ ਅਤੇ ਇੱਥੋਂ ਤੱਕ ਕਿ ਅਰਜ਼ੀਕਾਰ ਤੇ ਨਿਰਭਰ ਲੋਕਾਂ ਦੁਆਰਾ ਸਰਕਾਰੀ ਸਹੂਲਤਾਂ ਦੇ ਉਪਯੋਗ ਨੂੰ ਵੀ ਧਿਆਨ ਵਿੱਚ ਰੱਖ ਸਕਦੇ ਹਾਂ, ਭਾਵੇਂ ਹੀ ਉਹਨਾਂ ਨਿਰਭਰ ਲੋਕਾਂ ਦੀ ਹਾਲਤ ਕੁਝ ਵੀ ਹੋਵੇ। ਅਮਰੀਕੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਨਵੀਂ ਜਾਣਕਾਰੀ ਜਾਰੀ ਕਰਦਿਆਂ ਇਹ ਦੱਸਿਆ ਕਿ ਯੂਐਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਨੇ PISHLE ਹਫ਼ਤੇ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਮੀਗ੍ਰੇਸ਼ਨ ਇਨਫੋਰਸਮੈਂਟ ਕਾਰਵਾਈਆਂ ਕਰਕੇ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। DHS ਨੇ ਆਪਣੀ ਤਾਜ਼ਾ ਰਿਲੀਜ਼ ਦੇ ਵਿੱਚ ਇਹ ਕਿਹਾ ਹੈ ਕਿ ਆਈਸ ਵੱਲੋਂ ਕੀਤੀਆਂ ਕੁੱਲ ਗ੍ਰਿਫਤਾਰੀਆਂ ਵਿੱਚੋਂ ਲਗਭਗ 70% ਲੋਕ ਅਜਿਹੇ ਹਨ ਜਿਨ੍ਹਾਂ ਦੇ ਉੱਤੇ ਅਮਰੀਕਾ ਵਿੱਚ ਕਿਸੇ ਅਪਰਾਧ ਦਾ ਦੋਸ਼ ਲੱਗਿਆ ਹੈ ਜਾਂ ਉਹ ਪਹਿਲਾਂ ਕਿਸੇ ਅਪਰਾਧ ਵਿੱਚ ਦੋਸ਼ੀ ਠਹਿਰਾਏ ਜਾ ਚੁੱਕੇ ਹਨ। DHS ਦੇ ਮੁਤਾਬਕ ਹਫ਼ਤੇ ਅੰਤ ਦੀਆਂ ਕਾਰਵਾਈਆਂ ਵਿੱਚ ਕਤਲ, ਜਿਨਸੀ ਅਪਰਾਧ, ਹਿੰਸਕ ਮਾਮਲਿਆਂ ਅਤੇ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਮਾਮਲਿਆਂ ਵਿੱਚ ਦੋਸ਼ੀ ਜਾਂ ਲੋੜੀਂਦੇ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਸਰਕਾਰ ਨੇ ਇਸ ਕਾਰਵਾਈ ਨੂੰ ਆਪਣੀ ਮੌਜੂਦਾ ਇਮੀਗ੍ਰੇਸ਼ਨ ਇਨਫੋਰਸਮੈਂਟ ਮੁਹਿੰਮ ਦਾ ਹਿੱਸਾ ਦੱਸਿਆ ਹੈ। ਇਸੇ ਦਿਨ ਆਈਸ ਨੇ ਬੋਸਟਨ ਖੇਤਰ ਵਿੱਚ ਇੱਕ ਵੱਖਰੀ ਕਾਰਵਾਈ ਦੀ ਜਾਣਕਾਰੀ ਵੀ ਜਾਰੀ ਕੀਤੀ ਹੈ। ਏਜੰਸੀ ਦੇ ਮੁਤਾਬਕ ਬ੍ਰਾਜ਼ੀਲ ਦੇ ਇੱਕ ਵਿਅਕਤੀ ਨੂੰ ਟਾਰਗੇਟ ਆਪਰੇਸ਼ਨ ਦੌਰਾਨ ਗ੍ਰਿਫਤਾਰ ਕੀਤਾ ਗਿਆ, ਜਿਸ ਨੂੰ ਆਈਸ ਨੇ ਆਪਣੇ ਦੇਸ਼ ਵਿੱਚ ਐਗਰਾਵੇਟਿਡ ਮਰਡਰ ਲਈ ਕਨਵਿਕਟ ਫੋਰਨ ਫੁਗਿਟਿਵ ਦੱਸਿਆ ਹੈ। ਸੋ ਇਹ ਅਪਡੇਟ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਆਈਸ ਦੀਆਂ ਅੰਦਰੂਨੀ ਇਮੀਗ੍ਰੇਸ਼ਨ ਅਰੈਸਟ ਅਤੇ ਡਿਟੈਂਸ਼ਨਸ ਕਾਰਵਾਈਆਂ ਅਜੇ ਵੀ ਉੱਚ ਪੱਧਰ ਤੇ ਚੱਲ ਰਹੀਆਂ ਹਨ। ਹਾਲਾਂਕਿ DHS ਦੀ 17 ਅਗਸਤ ਦੀ ਰਿਲੀਜ਼ ਸਰਕਾਰ ਦੀ ਅਧਿਕਾਰਤ ਬਿਆਨ ਹੈ ਅਤੇ ਇਸ ਵਿੱਚ ਦਰਸਾਏ ਵਿਅਕਤੀਗਤ ਕੇਸਾਂ ਦੇ ਦੋਸ਼ਾਂ ਨੂੰ ਉਹਨਾਂ ਦੇ ਸੰਬੰਧਿਤ ਅਦਾਲਤੀ ਰਿਕਾਰਡ ਦੇ ਅਨੁਸਾਰ ਹੀ ਅੰਤਿਮ ਮੰਨਿਆ ਜਾਣਾ ਚਾਹੀਦਾ ਹੈ। ਅਮਰੀਕਾ ਦੇ ਵਿੱਚ ਸਿੱਖਾਂ ਉੱਤੇ ਨਸਲੀ ਹਮਲਿਆਂ ਵਿੱਚ 24.6% ਦੀ ਵਾਧਾ ਹੋਇਆ ਅਤੇ 2025 ਦੇ ਦੌਰਾਨ 199 ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। FBI ਦੇ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਅਮਰੀਕਾ ਵਿੱਚ ਨਫ਼ਰਤੀ ਅਪਰਾਧ 7% ਘਟੇ ਅਤੇ ਪਿਛਲੇ ਸਾਲ 10,606 ਵਾਰਦਾਤਾਂ ਸਾਹਮਣੇ ਆਈਆਂ, ਜਦਕਿ 2024 ਦੇ ਦੌਰਾਨ 11,404 ਮਾਮਲੇ ਸਾਹਮਣੇ ਆਏ ਸਨ। ਸਿੱਖ ਕੋਲੀਜਨ ਨੇ FBI ਦੇ ਅੰਕੜਿਆਂ ਦੀ ਘੋਖ ਕਰਦਿਆਂ ਇਹ ਦੱਸਿਆ ਕਿ 2024 ਦੇ ਦੌਰਾਨ ਸਿੱਖਾਂ ਦੇ ਵਿਰੁੱਧ ਨਫ਼ਰਤੀ ਹਮਲੇ ਦੀਆਂ 142 ਵਾਰਦਾਤਾਂ ਸਾਹਮਣੇ ਆਈਆਂ, ਜਦਕਿ ਧਾਰਮਿਕ ਨਫ਼ਰਤ ਨਾਲ ਸੰਬੰਧਿਤ 2,703 ਮਾਮਲੇ ਦਰਜ ਕੀਤੇ ਗਏ। ਸਿੱਖ ਕੋਲੀਜਨ ਦੀ ਸੀਨੀਅਰ ਫੈਡਰਲ ਪਾਲਿਸੀ ਮੈਨੇਜਰ ਨੇ ਇਹ ਦੱਸਿਆ ਹੈ ਕਿ ਸਿੱਖਾਂ ਉੱਤੇ ਹਮਲਿਆਂ ਦੀ ਗਿਣਤੀ ਵਧਣਾ ਆਪਣੇ ਆਪ ਦੇ ਵਿੱਚ ਗੰਭੀਰ ਮਸਲਾ ਹੈ ਅਤੇ ਭਾਈਚਾਰੇ ਅੰਦਰ ਖੌਫ ਪੈਦਾ ਕਰਦਾ ਹੈ। ਜਥੇਬੰਦੀ ਵੱਲੋਂ ਸੰਗਤ ਅਤੇ ਗੁਰਦੁਆਰਾ ਸਾਹਿਬਾਨ ਦਰਮਿਆਨ ਤਾਲਮੇਲ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਕਿ ਇਸ ਸਮੱਸਿਆ ਦੇ ਨਾਲ ਤਕੜੇ ਹੋ ਕੇ ਨਜਿੱਠਿਆ ਜਾ ਸਕੇ। ਅਮਰੀਕਾ ਵਿੱਚ ਕਰੀਬ 1.70 ਕਰੋੜ ਕਮਰਸ਼ੀਅਲ ਡਰਾਈਵਰਾਂ ਦੇ ਰਿਕਾਰਡ ਕੇਂਦਰੀ ਸਰਕਾਰੀ ਏਜੰਸੀਆਂ ਨੂੰ ਸੌਂਪਣ ਦੇ ਮਾਮਲੇ ਵਿੱਚ ਵੱਡਾ ਅਦਾਲਤੀ ਘਟਨਾਕ੍ਰਮ ਸਾਹਮਣੇ ਆਇਆ ਹੈ। ਵਰਜੀਨੀਆ ਦੀ ਸੰਘੀ ਅਦਾਲਤ ਦੇ ਜੱਜ ਐਂਥਨੀ ਜੇ ਨੇ ਫਿਲਹਾਲ ਅਮਰੀਕਨ ਐਸੋਸੀਏਸ਼ਨ ਆਫ ਮੋਟਰ ਵਹੀਕਲ ਐਡਮਿਨਿਸਟ੍ਰੇਟਰਸ ਯਾਨੀ AAMVA ਨੂੰ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਇਨਫੋਰਮੇਸ਼ਨ ਸਿਸਟਮ ਦੇ ਮੰਗੇ ਗਏ ਰਿਕਾਰਡ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਐਂਡ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਦੇਣ ਤੋਂ ਰੋਕ ਦਿੱਤਾ ਹੈ। ਸੋ ਵਿਵਾਦ CDLIS ਨਾਂ ਦੇ ਰਾਸ਼ਟਰੀ ਸਿਸਟਮ ਨਾਲ ਜੁੜਿਆ ਹੈ। ਇਹ ਸਿਸਟਮ ਸੂਬਿਆਂ ਨੂੰ ਇਹ ਜਾਂਚਣ ਵਿੱਚ ਮਦਦ ਕਰਦਾ ਹੈ ਕਿ ਕਿਸੇ ਡਰਾਈਵਰ ਦੇ ਕੋਲ ਕਿਸੇ ਹੋਰ ਸੂਬੇ ਵਿੱਚ CDL ਤਾਂ ਨਹੀਂ ਹੈ ਅਤੇ ਉਸ ਦਾ ਲਾਇਸੈਂਸ ਰਿਕਾਰਡ ਕੀ ਹੈ। ਇਸ ਵਿੱਚ ਨਾਂ, ਜਨਮ ਮਿਤੀ, ਸੋਸ਼ਲ ਸਿਕਿਉਰਿਟੀ ਨੰਬਰ ਅਤੇ ਲਾਇਸੈਂਸ ਨਾਲ ਜੁੜੀ ਹੋਰ ਪਛਾਣ ਜਾਣਕਾਰੀ ਹੋ ਸਕਦੀ ਹੈ। ਅਦਾਲਤੀ ਦਸਤਾਵੇਜ਼ਾਂ ਬਾਰੇ ਰਿਪੋਰਟਾਂ ਦੇ ਮੁਤਾਬਕ FMCSA ਨੇ AAMVA ਤੋਂ CDLIS ਵਿੱਚ ਪਿਛਲੇ 5 ਸਾਲਾਂ ਦੌਰਾਨ ਮੌਜੂਦ ਰਹੇ ਲਗਭਗ ਸਾਰੇ ਡਰਾਈਵਰ ਰਿਕਾਰਡ ਮੰਗੇ ਸਨ। ਇਸ ਤੋਂ ਬਾਅਦ DHS ਨੇ ਵੀ ਇਸੇ ਜਾਣਕਾਰੀ ਲਈ ਪ੍ਰਸ਼ਾਸਨਿਕ ਸਪੋਇਨਾ ਜਾਰੀ ਕੀਤਾ ਹੈ। ਇਸ ਕਾਰਵਾਈ ਨੂੰ ਕਈ ਸੂਬਿਆਂ ਨੇ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ। DOT ਨਾਲ ਜੁੜੇ ਕੇਸ ਵਿੱਚ 21 ਸੂਬੇ ਅਤੇ ਡਿਸਟ੍ਰਿਕਟ ਆਫ ਕੋਲੰਬੀਆ ਹਨ, ਜਦਕਿ DHS ਦੇ ਖਿਲਾਫ ਦੂਜੇ ਕੇਸ ਵਿੱਚ 22 ਸੂਬੇ ਅਤੇ DC ਸ਼ਾਮਲ ਹਨ। ਸੂਬਿਆਂ ਦਾ ਇਹ ਕਹਿਣਾ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਡਰਾਈਵਰਾਂ ਦੀ ਨਿੱਜੀ ਜਾਣਕਾਰੀ ਇਕੱਠੀ ਕਰਨ ਦੇ ਨਾਲ ਪ੍ਰਾਈਵੇਸੀ ਅਤੇ ਫੈਡਰਲ ਅਥਾਰਟੀ ਨਾਲ ਜੁੜੇ ਗੰਭੀਰ ਕਾਨੂੰਨੀ ਸਵਾਲ ਪੈਦਾ ਹੁੰਦੇ ਹਨ। ਦੂਜੇ ਪਾਸੇ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਦਾ ਇਹ ਕਹਿਣਾ ਹੈ ਕਿ ਇਹ ਜਾਣਕਾਰੀ ਕਮਰਸ਼ੀਅਲ ਡਰਾਈਵਰ ਕੁਆਲੀਫਿਕੇਸ਼ਨ ਅਤੇ ਇਨਫੋਰਸਮੈਂਟ ਲਈ ਲੋੜੀਂਦੀ ਹੈ। ਜੱਜ ਨੇ ਸਿਰਫ ਡੇਟਾ ਟ੍ਰਾਂਸਫਰ ਹੀ ਨਹੀਂ ਰੋਕਿਆ, ਸਗੋਂ DOT, DHS ਅਤੇ ਹੋਰ ਸੰਬੰਧੀ ਧਿਰਾਂ ਨੂੰ ਇਹ ਵੀ ਕਿਹਾ ਹੈ ਕਿ ਡੇਟਾ ਨਾ ਦੇਣ ਕਾਰਨ AAMVA ਜਾਂ ਕੇਸ ਕਰਨ ਵਾਲੇ ਸੂਬਿਆਂ ਦੇ ਖਿਲਾਫ ਫੈਡਰਲ ਕੰਟਰੈਕਟਸ ਜਾਂ ਫੰਡਿੰਗ ਬੰਦ ਕਰਨ ਵਰਗੀ ਕਾਰਵਾਈ ਫਿਲਹਾਲ ਨਾ ਕੀਤੀ ਜਾਵੇ। ਟਰੱਕ ਡਰਾਈਵਰਾਂ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਹ ਕੋਈ ਨਵਾਂ CDL ਨਿਯਮ ਨਹੀਂ ਹੈ। ਇਸ ਫੈਸਲੇ ਨਾਲ ਆਮ CDL ਰੱਦ ਨਹੀਂ ਹੋ ਰਹੇ ਅਤੇ ਨਾ ਹੀ CDL ਰਿਨਿਊਵਲ ਦੀ ਆਮ ਪ੍ਰਕਿਰਿਆ ਰੁਕੀ ਹੈ। ਇਹ ਸਿਰਫ ਕੇਂਦਰੀ ਏਜੰਸੀਆਂ ਦੇ ਵੱਲੋਂ ਲਗਭਗ 17 ਮਿਲੀਅਨ ਰਿਕਾਰਡ ਇਕੱਠੇ ਲੈਣ ਦੀ ਮੰਗ ਤੇ ਅਸਥਾਈ ਅਦਾਲਤੀ ਰੋਕ ਹੈ।
ਕੇਸ ਅਜੇ ਜਾਰੀ ਹੈ ਅਤੇ ਅਗਲੀ ਅਦਾਲਤੀ ਕਾਰਵਾਈ ਤੋਂ ਬਾਅਦ ਸਥਿਤੀ ਬਦਲ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦਾ ਸਾਥ ਦੇਣ ਵਾਲੇ ਦੇਸ਼ਾਂ ਨੂੰ ਸਿੱਧੇ ਅਤੇ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ। ਉਹਨਾਂ ਨੇ ਸਾਫ਼ ਕਿਹਾ ਹੈ ਕਿ ਜੇਕਰ ਕਿਸੇ ਵੀ ਦੇਸ਼ ਨੇ ਈਰਾਨ ਨੂੰ ਕੋਈ ਆਰਥਿਕ ਮਦਦ ਜਾਂ ਸਮਾਨ ਪਹੁੰਚਾਇਆ ਤਾਂ ਉਸ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਅਮਰੀਕਾ ਹੁਣ ਤੱਕ ਦੀ ਸਭ ਤੋਂ ਵੱਡੀ ਆਰਥਿਕ ਮੁਹਿੰਮ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ, ਜਿਸ ਦਾ ਮੁੱਖ ਮਕਸਦ ਈਰਾਨ ਦੇ ਕੌਮਾਂਤਰੀ ਰਸਤੇ ਬੰਦ ਕਰਨਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁਥ ਸੋਸ਼ਲ ਤੇ ਇੱਕ ਪੋਸਟ ਸਾਂਝੀ ਕਰਦਿਆਂ ਇਹ ਵੀ ਲਿਖਿਆ ਕਿ ਈਰਾਨ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੇਣ ਵਾਲੇ ਦੇਸ਼ ਇਸ ਕਾਰਵਾਈ ਤੋਂ ਬਚ ਨਹੀਂ ਸਕਣਗੇ। ਉਹਨਾਂ ਦੇ ਮੁਤਾਬਕ ਜੇਕਰ ਕਿਸੇ ਦੇਸ਼ ਦੀਆਂ ਵਿੱਤੀ ਸੰਸਥਾਵਾਂ, ਨਿੱਜੀ ਕੰਪਨੀਆਂ, ਹਵਾਈ ਅੱਡੇ ਜਾਂ ਕੋਈ ਸਰਕਾਰੀ ਏਜੰਸੀਆਂ ਈਰਾਨ ਦੀ ਮਦਦ ਲਈ ਰਸਤਾ ਖੋਲ੍ਹਦੀਆਂ ਹਨ ਤਾਂ ਉਹਨਾਂ ਨੂੰ ਵੀ ਭਾਰੀ ਆਰਥਿਕ ਨੁਕਸਾਨ ਉਠਾਉਣਾ ਪੈ ਸਕਦਾ ਹੈ। ਹਾਲਾਂਕਿ ਆਪਣੀ ਇਸ ਚੇਤਾਵਨੀ ਦੇ ਵਿੱਚ ਟਰੰਪ ਨੇ ਕਿਸੇ ਵੀ ਦੇਸ਼ ਦਾ ਨਾਮ ਨਹੀਂ ਲਿਆ ਅਤੇ ਨਾ ਹੀ ਇਹ ਸਪਸ਼ਟ ਕੀਤਾ ਹੈ ਕਿ ਮਦਦ ਕਰਨ ਵਾਲੇ ਦੇਸ਼ਾਂ ਜਾਂ ਕੰਪਨੀਆਂ ਦੇ ਵਿਰੁੱਧ ਅਮਰੀਕਾ ਕਿਸ ਤਰ੍ਹਾਂ ਦੀ ਕਾਰਵਾਈ ਕਰੇਗਾ। ਟਰੰਪ ਨੇ ਈਰਾਨ ਦੀ ਮਦਦ ਕੀਤੇ ਜਾਣ ਵਾਲੇ ਕੁਝ ਖਾਸ ਤਰੀਕਿਆਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਤੇ ਅਮਰੀਕਾ ਵੱਲੋਂ ਤਿੱਖੀ ਨਜ਼ਰ ਰੱਖੀ ਜਾਵੇਗੀ। ਇਹਨਾਂ ਦੇ ਵਿੱਚ ਤੇਲ ਦੀ ਸਮਗਲਿੰਗ, ਵਿੱਤੀ ਲੈਣ-ਦੇਣ, ਨਗਦ ਪੈਸੇ ਦਾ ਤਬਾਦਲਾ, ਐਕਸਚੇਂਜ ਹਾਊਸ, ਜਹਾਜ਼ਾਂ ਦੀ ਰਜਿਸਟ੍ਰੇਸ਼ਨ ਅਤੇ ਦੂਜੀਆਂ ਕੰਪਨੀਆਂ ਦੇ ਨਾਂ ਤੇ ਕਾਰੋਬਾਰ ਕਰਨਾ ਸ਼ਾਮਲ ਹਨ। ਟਰੰਪ ਨੇ ਸਪਸ਼ਟ ਕੀਤਾ ਕਿ ਈਰਾਨ ਤੱਕ ਪਹੁੰਚਣ ਵਾਲੀ ਅਜਿਹੀ ਹਰ ਤਰ੍ਹਾਂ ਦੀ ਆਰਥਿਕ ਮਦਦ ਨੂੰ ਤੁਰੰਤ ਰੋਕਣਾ ਹੋਵੇਗਾ ਅਤੇ ਜੋ ਵੀ ਦੇਸ਼ ਜਾਂ ਸੰਸਥਾ ਈਰਾਨ ਦੇ ਲਈ ਆਰਥਿਕ ਰਸਤਾ ਖੁੱਲ੍ਹਾ ਰੱਖੇਗੀ, ਅਮਰੀਕਾ ਉਸ ਤੇ ਸਖਤ ਨਜ਼ਰ ਰੱਖੇਗਾ। ਟਰੰਪ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਪ੍ਰਸ਼ਾਸਨ ਨੇ ਪਹਿਲਾਂ ਈਰਾਨ ਨੂੰ ਸਮਝੌਤਾ ਕਰਨ ਦੇ ਕਈ ਮੌਕੇ ਦਿੱਤੇ ਸਨ, ਪਰ ਤਹਿਰਾਨ ਨੇ ਇਹਨਾਂ ਨੂੰ ਸਵੀਕਾਰ ਨਹੀਂ ਕੀਤਾ। ਇਸੇ ਕਾਰਨ ਹੁਣ ਅਮਰੀਕਾ ਈਰਾਨ ਤੇ ਆਰਥਿਕ ਦਬਾਅ ਹੋਰ ਵਧਾਉਣ ਜਾ ਰਿਹਾ ਹੈ। ਉਹਨਾਂ ਨੇ ਇਸ ਮੁਹਿੰਮ ਨੂੰ ਬੇਮਿਸਾਲ ਪੱਧਰ ਦੀ ਆਰਥਿਕ ਲੜਾਈ ਅਤੇ ਇਨਸੂਲੇਸ਼ਨ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਈਰਾਨ ਨੂੰ ਕੌਮਾਂਤਰੀ ਆਰਥਿਕ ਪ੍ਰਣਾਲੀ ਤੋਂ ਵੱਖ ਕਰਨ ਵਿੱਚ ਅਮਰੀਕਾ ਦਾ ਸਾਥ ਦੇਣ। ਅਮਰੀਕਾ ਦੇ ਵਿੱਚ ਟਰੱਕ ਚਲਾਉਣ ਵਾਲੇ ਡਰਾਈਵਰਾਂ ਅਤੇ ਟਰੱਕਿੰਗ ਕੰਪਨੀਆਂ ਲਈ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਇੱਕ ਮਹੱਤਵਪੂਰਨ ਚੇਤਾਵਨੀ ਜਾਰੀ ਕੀਤੀ ਹੈ। ਟਰੱਕ ਸਟਾਫ ELD ਨੂੰ FMCSA ਦੀ ਮਨਜ਼ੂਰਸ਼ੁਦਾ ਇਲੈਕਟ੍ਰੋਨਿਕ ਲੌਜਿੰਗ ਡਿਵਾਈਸਿਸ ਦੀ ਸੂਚੀ ਵਿੱਚੋਂ ਹਟਾਇਆ ਜਾ ਚੁੱਕਿਆ ਹੈ ਅਤੇ ਇਸ ਡਿਵਾਈਸ ਨੂੰ ਵਰਤਣ ਵਾਲਿਆਂ ਨੂੰ 23 ਅਗਸਤ 2026 ਤੋਂ ਪਹਿਲਾਂ ਇਸ ਦੀ ਥਾਂ ਇੱਕ ਮਨਜ਼ੂਰਸ਼ੁਦਾ ELD ਲਗਾਉਣਾ ਪਵੇਗਾ। FMCSA ਨੇ 23 ਜੂਨ 2026 ਨੂੰ ਟਰੱਕ ਸਟਾਫ ELD ਨੂੰ ਆਪਣੀ ਰਜਿਸਟਰਡ ELD ਲਿਸਟ ਵਿੱਚੋਂ ਹਟਾਇਆ ਸੀ। ਏਜੰਸੀ ਦੇ ਮੁਤਾਬਕ ਇਹ ਡਿਵਾਈਸ ਫੈਡਰਲ ELD ਰਿਕੁਆਇਰਮੈਂਟਸ ਦੀਆਂ ਘੱਟੋ-ਘੱਟ ਤਕਨੀਕੀ ਸ਼ਰਤਾਂ ਪੂਰੀਆਂ ਕਰਨ ਵਿੱਚ ਨਾਕਾਮ ਰਹੀ। ਪ੍ਰਭਾਵਿਤ ਡਿਵਾਈਸ ਦਾ ਮਾਡਲ TRKSF ਅਤੇ ELD ਆਇਡੈਂਟੀਫਾਇਰ TRS227 ਹੈ। ELD ਟਰੱਕ ਡਰਾਈਵਰ ਦੇ ਡਰਾਈਵਿੰਗ ਆਵਰਸ, ਔਨ ਡਿਊਟੀ ਅਤੇ ਆਫ ਡਿਊਟੀ ਸਮੇਂ ਦਾ ਇਲੈਕਟ੍ਰੋਨਿਕ ਰਿਕਾਰਡ ਰੱਖਦਾ ਹੈ। ਇਸ ਦਾ ਮਕਸਦ ਆਰਸ ਆਫ ਸਰਵਿਸ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਾ ਅਤੇ ਡਰਾਈਵਰ ਨਾਲ ਜੁੜੇ ਖਤਰਿਆਂ ਨੂੰ ਘਟਾਉਣਾ ਹੈ। FMCSA ਨੇ ਟਰੱਕ ਸਟਾਫ ਵਰਤ ਰਹੀਆਂ ਟਰੱਕਿੰਗ ਕੰਪਨੀਆਂ ਅਤੇ ਡਰਾਈਵਰਸ ਨੂੰ ਇਹ ਕਿਹਾ ਹੈ ਕਿ ਉਹ ਇਸ ਰਿਵੋਕਡ ਡਿਵਾਈਸ ਦੀ ਵਰਤੋਂ ਬੰਦ ਕਰਕੇ ਅਸਥਾਈ ਤੌਰ ਤੇ ਪੇਪਰ ਲੌਗਸ ਜਾਂ ਕੰਪਲੇਂਟ ਲੌਗਿੰਗ ਸੌਫਟਵੇਅਰ ਰਾਹੀਂ ਆਪਣਾ ਆਰਸ ਆਫ ਸਰਵਿਸ ਰਿਕਾਰਡ ਰੱਖਣ ਅਤੇ 23 ਅਗਸਤ ਤੋਂ ਪਹਿਲਾਂ FMCSA ਦੀ ਰਜਿਸਟਰਡ ਲਿਸਟ ਵਿੱਚ ਮੌਜੂਦ ਕੋਈ ਹੋਰ ਕੰਪਲੇਂਟ ELD ਲਗਾ ਲੈਣ। 23 ਅਗਸਤ ਤੋਂ ਬਾਅਦ ਮਾਮਲਾ ਗੰਭੀਰ ਹੋ ਸਕਦਾ ਹੈ। ਸੋ FMCSA ਦੀ ਅਧਿਕਾਰਤ ELD ਜਾਣਕਾਰੀ ਦੇ ਮੁਤਾਬਕ ਜੇ ਕੋਈ ਮੋਟਰ ਕੈਰੀਅਰ ਇਸ ਰਿਵੋਕਡ ELD ਨੂੰ ਵਰਤਦਾ ਰਹਿੰਦਾ ਹੈ ਤਾਂ ਉਸ ਨੂੰ ਬਿਨਾਂ ਮਨਜ਼ੂਰਸ਼ੁਦਾ ELD ਦੇ ਕੰਮ ਕਰਦਾ ਮੰਨਿਆ ਜਾ ਸਕਦਾ ਹੈ। ਸੋ ਡਰਾਈਵਰ ਨੂੰ ਨੋ ਰਿਕਾਰਡ ਆਫ ਡਿਊਟੀ ਸਟੇਟਸ ਵਾਇਲੇਸ਼ਨਸ ਦਿੱਤੀ ਜਾ ਸਕਦੀ ਹੈ ਅਤੇ ਕਮਰਸ਼ੀਅਲ ਵਹੀਕਲ ਸੇਫਟੀ ਅਲਾਈਅੰਸ ਦੇ ਨਿਯਮਾਂ ਤਹਿਤ ਆਊਟ ਆਫ ਸਰਵਿਸ ਵੀ ਕੀਤਾ ਜਾ ਸਕਦਾ ਹੈ। ਇਸ ਲਈ ਟਰੱਕ ਸਟਾਫ ELD ਵਰਤਣ ਵਾਲੇ ਪੰਜਾਬੀ ਟਰੱਕ ਡਰਾਈਵਰਾਂ ਦੇ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਉਹ ਆਪਣੇ ਕੈਰੀਅਰ ਜਾਂ ਸੇਫਟੀ ਡਿਪਾਰਟਮੈਂਟ ਦੇ ਨਾਲ ਹੁਣੇ ਜਾਂਚ ਕਰਨ। ਸਿਰਫ ਡਿਵਾਈਸ ਜਾਂ ਐਪ ਦਾ ਨਾਂ ਦੇਖਣ ਦੀ ਬਜਾਏ ਮਾਡਲ TRKSF ਅਤੇ ਆਇਡੈਂਟੀਫਾਇਰ TRS227 ਵੀ ਮਿਲਾਇਆ ਜਾਵੇ। ਜੇ ਇਹੀ ਡਿਵਾਈਸ ਹੈ ਤਾਂ 23 ਅਗਸਤ ਦੀ ਡੈਡਲਾਈਨ ਤੋਂ ਪਹਿਲਾਂ ਕੰਪਲੇਂਟ ELD ਲਗਾਉਣਾ ਜ਼ਰੂਰੀ ਹੈ। ਕੈਨੇਡਾ ਦੇ ਸਰੀ ਦੇ ਇੱਕ ਪਾਰਕ ਵਿੱਚ ਇੱਕ ਨੌਜਵਾਨ ਔਰਤ ਨਾਲ ਕਥਿਤ ਜਿਨਸੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੇ ਸਬੰਧ ਵਿੱਚ ਭਾਰਤੀ ਮੂਲ ਦੇ ਇੱਕ 40 ਸਾਲਾ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਭਾਰਤੀ ਮੂਲ ਦੇ ਇੱਕ ਵਿਅਕਤੀ ਜੋਗੇਂਦਰ ਖੁਰਾਨਾ ਤੇ ਜਿਨਸੀ ਹਮਲੇ ਅਤੇ ਜਿਨਸੀ ਛੇੜਛਾੜ ਦੇ 2 ਦੋਸ਼ ਲੱਗੇ ਹਨ। ਪੀੜਤਾ ਨੇ ਪੁਲਿਸ ਨੂੰ ਰਿਪੋਰਟ ਦਿੱਤੀ ਹੈ ਕਿ ਬੀਅਰ ਕਰੀਕ ਪਾਰਕ ਵਿੱਚ ਇੱਕ ਬਾਲਗ ਪੁਰਸ਼ ਨੇ ਉਸ ਨਾਲ ਛੇੜਛਾੜ ਕੀਤੀ ਅਤੇ ਬਾਅਦ ਵਿੱਚ ਮੌਕੇ ਤੋਂ ਭੱਜ ਗਿਆ।
ਭਾਰਤੀ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਇਸ ਵਿੱਚ ਸੁਸਰੀ ਪੁਲਿਸ ਸੇਵਾ ਦੇ ਅਨੁਸਾਰ ਇਹ ਘਟਨਾ 9 ਅਗਸਤ ਨੂੰ ਰਿਪੋਰਟ ਕੀਤੀ ਗਈ ਸੀ। ਅਧਿਕਾਰੀਆਂ ਨੇ ਪਾਕ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਵਿਆਪਕ ਗਸ਼ਤ ਕੀਤੀ, ਪਰ ਸ਼ੁਰੂ ਵਿੱਚ ਸ਼ੱਕੀ ਵਿਅਕਤੀ ਦਾ ਪਤਾ ਲਗਾਉਣ ਵਿੱਚ ਅਸਮਰਥ ਰਹੇ। ਪੁਲਿਸ ਨੇ ਦੱਸਿਆ ਕਿ ਔਰਤ ਨੇ ਸ਼ੱਕੀ ਨੂੰ ਦੱਖਣੀ ਏਸ਼ੀਆਈ ਮਰਦ ਦੱਸਿਆ, ਜਿਸ ਦਾ ਕੱਦ ਲਗਭਗ 5 ਤੇ 8 ਇੰਚ ਹੈ। 5 ਫੁੱਟ 8 ਇੰਚ ਹੈ। ਉਸਨੇ ਨੀਲੀ ਐਡੀਡਾਸ ਟੋਪੀ, ਕਾਲੀ ਟੀ-ਸ਼ਰਟ, ਕਾਲੀ ਪੈਂਟ ਅਤੇ ਕਾਲੀ ਫਲਿਪ-ਫਲॉप ਪਹਿਨੀ ਹੋਈ ਸੀ। ਪੁਲਿਸ ਨੇ ਨੋਟ ਕੀਤਾ ਹੈ ਕਿ ਖੁਸ਼ਕਿਸਮਤੀ ਨਾਲ ਹਮਲੇ ਦੌਰਾਨ ਪੀੜਿਤ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ। ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਪਿਛਲੇ ਹਫਤੇ ਪੁਲਿਸ ਨੇ ਜਨਤਾ ਨੂੰ ਜਾਣਕਾਰੀ ਲਈ ਅਪੀਲ ਕੀਤੀ ਹੈ ਅਤੇ ਸ਼ੱਕੀ ਦੀਆਂ ਤਸਵੀਰਾਂ ਜਾਰੀ ਕੀਤੀਆਂ। ਪੁਲਿਸ ਨੇ ਔਰਤ ਦੁਆਰਾ ਦਿੱਤੇ ਗਏ ਵਰਣਨ ਨਾਲ ਮੇਲ ਖਾਂਦਾ ਇੱਕ ਵਿਅਕਤੀ ਦੀ ਪਛਾਣ ਕੀਤੀ। ਸੋਮਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਪੁਲਿਸ ਨੇ ਪੁਸ਼ਟੀ ਕੀਤੀ ਕਿ ਖੁਰਾਨਾ ਨੂੰ 12 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜੋਗਿੰਦਰ ਖੁਰਾਨਾ ਨੂੰ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਅਤੇ ਬ੍ਰਿਟਿਸ਼ ਕੋਲੰਬੀਆ ਪ੍ਰੋਸੀਕਿਊਸ਼ਨ ਸਰਵਿਸ ਨੇ ਉਸ ਦੇ ਵਿਰੁੱਧ ਕ੍ਰਿਮੀਨਲ ਕੋਡ ਦੇ ਤਹਿਤ 2 ਦੋਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜ਼ਮਾਨਤ ਦੀ ਸੁਣਵਾਈ ਹੁਣ ਲੰਬਿਤ ਹੈ। ਪੁਲਿਸ ਨੇ ਇਹ ਵੀ ਕਿਹਾ ਹੈ ਕਿ ਕਥਿਤ ਹਮਲੇ ਦੀ ਜਾਂਚ ਜਾਰੀ ਹੈ। ਅਮਰੀਕਾ ਵਿੱਚ ਇਮੀਗ੍ਰੇਸ਼ਨ ਕਾਨੂੰਨ ਲਾਗੂ ਕਰਨ ਲਈ ਸਥਾਨਕ ਅਤੇ ਸੂਬਾਈ ਪੁਲਿਸ ਦੀ ਭੂਮਿਕਾ ਹੋਰ ਵਧਾਉਣ ਵੱਲ ਇੱਕ ਨਵਾਂ ਕਦਮ ਚੁੱਕਿਆ ਜਾ ਰਿਹਾ ਹੈ। ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਯਾਨੀ ਕਿ ਆਈਸ ਨੇ 287G ਪ੍ਰੋਗਰਾਮ ਦੇ ਅਧੀਨ ਇਮੀਗ੍ਰੇਸ਼ਨ ਕਾਰਵਾਈ ਕਰਨ ਵਾਲੇ ਸਥਾਨਕ ਪੁਲਿਸ ਅਧਿਕਾਰੀਆਂ ਲਈ ਪੇਸ਼ੇਵਰ ਜ਼ਿੰਮੇਵਾਰੀ ਬੀਮੇ ਦੀ ਲਾਗਤ ਵਿੱਚ ਮਦਦ ਕਰਨ ਦੀ ਯੋਜਨਾ ਪੇਸ਼ ਕੀਤੀ ਹੈ। ਯੋਜਨਾ ਦੇ ਮੁਤਾਬਕ 287G ਤਹਿਤ ਤਰਬੀਅਤ ਅਤੇ ਅਧਿਕਾਰ ਪ੍ਰਾਪਤ ਪੁਲਿਸ ਅਧਿਕਾਰੀ ਅਜਿਹਾ ਬੀਮਾ ਖਰੀਦ ਸਕਣਗੇ ਜੋ $5 ਲੱਖ ਤੱਕ ਦੀ ਨਿੱਜੀ ਜ਼ਿੰਮੇਵਾਰੀ ਨੂੰ ਕਵਰ ਕਰ ਸਕੇ। ਇਸ ਬੀਮੇ ਦੀ ਵਰਤੋਂ ਵਕੀਲਾਂ ਦੀ ਫੀਸ, ਅਦਾਲਤੀ ਫੈਸਲਿਆਂ ਜਾਂ ਸਮਝੌਤਿਆਂ ਨਾਲ ਜੁੜੇ ਖਰਚਿਆਂ ਲਈ ਹੋ ਸਕਦੀ ਹੈ। ਜੇ ਕਿਸੇ ਅਧਿਕਾਰੀ ਉੱਤੇ ਡਿਊਟੀ ਦੌਰਾਨ ਗਲਤ ਗ੍ਰਿਫਤਾਰੀ, ਬੇਹੱਦ ਬਲ ਵਰਤਣ ਜਾਂ ਹੋਰ ਗਲਤ ਕਾਰਵਾਈ ਦੇ ਦੋਸ਼ ਲੱਗਣ, ਇਹ ਸਾਰੇ ਮਾਮਲੇ ਸ਼ਾਮਲ ਹਨ। ਆਈਸ ਵੱਲੋਂ ਹਰ ਯੋਗ ਅਧਿਕਾਰੀ ਨੂੰ ਬੀਮੇ ਦੀ ਲਾਗਤ ਲਈ ਸਾਲਾਨਾ $250 ਤੱਕ ਵਾਪਸੀ ਦੇਣ ਦੀ ਯੋਜਨਾ ਹੈ। 287G ਪ੍ਰੋਗਰਾਮ ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਦੀ ਇੱਕ ਧਾਰਾ ਅਧੀਨ ਚੱਲਦਾ ਹੈ, ਜਿਸ ਰਾਹੀਂ ਆਈਸ ਸਥਾਨਕ ਅਤੇ ਸੂਬਾਈ ਪੁਲਿਸ ਨਾਲ ਸਮਝੌਤੇ ਕਰਕੇ ਤਰਬੀਅਤ ਪ੍ਰਾਪਤ ਅਧਿਕਾਰੀਆਂ ਨੂੰ ਕੁਝ ਸੰਘੀ ਇਮੀਗ੍ਰੇਸ਼ਨ ਅਧਿਕਾਰ ਵਰਣਨ ਦੀ ਇਜਾਜ਼ਤ ਦਿੰਦੀ ਹੈ। ਇਸ ਦੇ ਤਹਿਤ ਕੁਝ ਅਧਿਕਾਰੀ ਇਮੀਗ੍ਰੇਸ਼ਨ ਦਰਜੇ ਬਾਰੇ ਪੁੱਛਗਿੱਛ ਕਰਨ, ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਣ ਅਤੇ ਆਈਸ ਨਾਲ ਮਿਲ ਕੇ ਕਾਰਵਾਈ ਕਰਨ ਦੇ ਅਧਿਕਾਰ ਪ੍ਰਾਪਤ ਕਰ ਸਕਦੇ ਹਨ। ਇਹ ਪ੍ਰੋਗਰਾਮ ਪਿਛਲੇ ਸਮੇਂ ਦੌਰਾਨ ਕਾਫੀ ਤੇਜ਼ੀ ਨਾਲ ਵਧਿਆ ਹੈ। ਐਸੋਸੀਏਟਿਡ ਪ੍ਰੈਸ ਮੁਤਾਬਕ ਲਗਭਗ 1600 ਸਥਾਨਕ ਏਜੰਸੀਆਂ 32 ਸੂਬਿਆਂ ਵਿੱਚ ਇਸ ਤਰ੍ਹਾਂ ਦੇ ਸਮਝੌਤਿਆਂ ਨਾਲ ਜੁੜ ਚੁੱਕੀਆਂ ਹਨ। 2026 ਦੇ ਪਹਿਲੇ 2 ਮਹੀਨਿਆਂ ਵਿੱਚ ਇਨ੍ਹਾਂ ਪ੍ਰੋਗਰਾਮਾਂ ਰਾਹੀਂ ਕੀਤੀਆਂ ਗ੍ਰਿਫਤਾਰੀਆਂ ਦੀ ਔਸਤ ਲਗਭਗ 3000 ਪ੍ਰਤੀ ਮਹੀਨਾ ਰਹੀ, ਜਦਕਿ 2024 ਦੇ ਵਿੱਚ ਇਹ ਅੰਕੜਾ ਲਗਭਗ 250 ਪ੍ਰਤੀ ਮਹੀਨਾ ਸੀ। ਆਈਸ ਦਾ ਮਕਸਦ ਉਹਨਾਂ ਪੁਲਿਸ ਵਿਭਾਗਾਂ ਦੀ ਚਿੰਤਾ ਘਟਾਉਣਾ ਦੱਸਿਆ ਜਾ ਰਿਹਾ ਹੈ ਜੋ ਇਮੀਗ੍ਰੇਸ਼ਨ ਕਾਰਵਾਈ ਦੌਰਾਨ ਮੁਕੱਦਮਿਆਂ ਅਤੇ ਨਿੱਜੀ ਆਰਥਿਕ ਜ਼ਿੰਮੇਵਾਰੀ ਦੇ ਡਰ ਕਾਰਨ 287G ਵਿੱਚ ਸ਼ਾਮਲ ਹੋਣ ਤੋਂ ਹਿਚਕਚਾਉਂਦੇ ਹਨ। ਦੂਜੇ ਪਾਸੇ ਨਾਗਰਿਕ ਅਧਿਕਾਰਾਂ ਨਾਲ ਜੁੜੀਆਂ ਸੰਸਥਾਵਾਂ ਨੇ ਇਹ ਚਿੰਤਾ ਜਤਾਈ ਹੈ ਕਿ ਅਜਿਹਾ ਬੀਮਾ ਅਧਿਕਾਰੀਆਂ ਦੀ ਨਿੱਜੀ ਜਵਾਬਦੇਹੀ ਘਟਾ ਸਕਦਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਯੋਜਨਾ ਹਲੇ ਸਿਰਫ ਪ੍ਰਸਤਾਵ ਦੇ ਪੱਧਰ ਤੇ ਹੈ। ਆਈਸ ਨੇ ਉਦਯੋਗ ਨਾਲ ਜੁੜੀਆਂ ਧਿਰਾਂ ਤੋਂ ਸੁਝਾਅ ਮੰਗੇ ਹਨ। ਬੀਮਾ ਪ੍ਰੋਗਰਾਮ ਕਦੋਂ ਸ਼ੁਰੂ ਹੋਵੇਗਾ ਅਤੇ ਇਸ ਦੀ ਕੁੱਲ ਲਾਗਤ ਕਿੰਨੀ ਹੋਵੇਗੀ, ਇਸ ਬਾਰੇ ਅਜੇ ਅੰਤਿਮ ਐਲਾਨ ਨਹੀਂ ਕੀਤਾ ਗਿਆ ਹੈ। ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਵੱਲੋਂ ਜੰਮੂ ਕਸ਼ਮੀਰ ਤੇ ਕੀਤੀ ਗਈ ਟਿੱਪਣੀ ਤੇ ਪਾਕਿਸਤਾਨ ਗੁੱਸੇ ਵਿੱਚ ਹੈ। ਪਾਕਿਸਤਾਨ ਇਸਲਾਮਾਬਾਦ ਵਿੱਚ ਅਮਰੀਕੀ ਚਾਰਜ ਡੀ ਅਫੇਅਰਸ ਯਾਨੀ ਕਿ ਕਾਰਜਕਾਰੀ ਰਾਜਦੂਤ ਨੂੰ ਤਲਬ ਕੀਤਾ ਅਤੇ ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਵੱਲੋਂ ਜੰਮੂ ਕਸ਼ਮੀਰ ਦੀ ਆਪਣੀ ਫੇਰੀ ਦੌਰਾਨ ਕੀਤੀ ਗਈ ਟਿੱਪਣੀ ਤੇ ਸਖਤ ਵਿਰੋਧ ਦਰਜ ਕਰਵਾਇਆ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਮੁਲਾਕਾਤ ਤੋਂ ਬਾਅਦ ਸਰਜੀਓ ਗੋਰ ਨੇ ਕਸ਼ਮੀਰ ਨੂੰ ਭਾਰਤ ਦਾ ਇੱਕ ਮਹੱਤਵਪੂਰਨ ਹਿੱਸਾ ਦੱਸਿਆ ਸੀ। ਇਹ ਧਿਆਨ ਦੇਣ ਯੋਗ ਹੈ ਕਿ ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਬੁੱਧਵਾਰ ਨੂੰ ਕਸ਼ਮੀਰ ਦੇ ਆਪਣੇ ਪਹਿਲੇ ਦੌਰੇ ਤੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਮੁਲਾਕਾਤ ਤੋਂ ਬਾਅਦ ਜੰਮੂ ਕਸ਼ਮੀਰ ਨੂੰ ਭਾਰਤ ਦਾ ਇੱਕ ਮਹੱਤਵਪੂਰਨ ਹਿੱਸਾ ਦੱਸਿਆ। ਗੋਰ ਨੇ ਇਹ ਕਿਹਾ ਕਿ ਨਵੀਂ ਦਿੱਲੀ ਅਤੇ ਜੰਮੂ ਕਸ਼ਮੀਰ ਦੀਆਂ ਸਰਕਾਰਾਂ ਨੇ ਖੇਤਰ ਨੂੰ ਸੁਰੱਖਿਅਤ ਕਰਨ ਲਈ ਭਰੋਸੇਯੋਗ ਕਦਮ ਚੁੱਕੇ ਹਨ। ਜੰਮੂ ਕਸ਼ਮੀਰ ਦੇ ਪੁਨਰ ਗਠਨ ਅਤੇ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਇਹ ਕਿਸੇ ਅਮਰੀਕੀ ਰਾਜਦੂਤ ਦਾ ਕਸ਼ਮੀਰ ਦਾ ਪਹਿਲਾ ਇਕੱਲਾ ਦੌਰਾ ਹੋਏਗਾ। ਜਨਵਰੀ 2020 ਵਿੱਚ ਤਤਕਾਲੀ ਅਮਰੀਕੀ ਰਾਜਦੂਤ ਕੈਨੇਥ ਜਸਟਰ ਨੇ ਲਗਭਗ 15 ਹੋਰ ਦੇਸ਼ਾਂ ਦੇ ਰਾਜਦੂਤਾਂ ਅਤੇ ਸੀਨੀਅਰ ਡਿਪਲੋਮੈਟਾਂ ਦੇ ਇੱਕ ਵਫਦ ਨਾਲ ਕਸ਼ਮੀਰ ਦਾ ਦੌਰਾ ਕੀਤਾ ਸੀ। ਇੱਕ ਅਮਰੀਕੀ ਟਰਾਂਸ ਔਰਤ ਨੂੰ 6 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਉਸਨੇ ਪੁਲਿਸ ਨੂੰ ਦੱਸਿਆ ਸੀ ਕਿ ਟ੍ਰੈਜਰੀ ਸੈਕਟਰੀ ਸਕਾਟ ਬੇਸਟ ਨੂੰ ਮਾਰਨ ਲਈ ਘਰ ਵਿੱਚ ਬਣਾਏ ਪੈਟਰੋਲ ਬੰਬ ਲੈ ਕੇ ਵਾਸ਼ਿੰਗਟਨ ਗਈ ਸੀ।
26 ਸਾਲਾਂ ਦੀ ਟਰਾਂਸਜੈਂਡਰ ਔਰਤ ਰਾਇਲੀ ਇੰਗਲਿਸ਼ ਨੇ ਇਹ ਕਿਹਾ ਕਿ ਜਦੋਂ ਉਹ ਜਨਵਰੀ ਵਿੱਚ ਵਾਸ਼ਿੰਗਟਨ ਗਈ ਅਤੇ ਪੁਲਿਸ ਨੂੰ ਦੱਸਿਆ ਕਿ ਉਹ ਸੈਨੇਟ ਵਿੱਚ ਬੇਸੈਂਟ ਦੇ ਕਨਫਰਮੇਸ਼ਨ ਦੇ ਦਿਨ ਉਹਨਾਂ ਨੂੰ ਮਾਰਨ ਆਈ ਹੈ ਤਾਂ ਉਹ ਮਾਨਸਿਕ ਤਣਾਅ ਤੋਂ ਗੁਜ਼ਰ ਰਹੀ ਸੀ ਅਤੇ ਡਰੱਗਸ ਦੀ ਵਰਤੋਂ ਕਰ ਰਹੀ ਸੀ। ਉਸਨੇ ਯੂਐਸ ਡਿਸਟ੍ਰਿਕਟ ਜੱਜ ਨੂੰ ਇਹ ਕਿਹਾ ਕਿ ਉਹ ਕਦੇ ਕਿਸੇ ਨੂੰ ਚੋਟ ਨਹੀਂ ਪਹੁੰਚਾਉਣਾ ਚਾਹੁੰਦੀ ਸੀ, ਉਹ ਕੋਈ ਹਿੰਸਕ ਇਨਸਾਨ ਨਹੀਂ ਹੈ। ਡੈਮੋਕ੍ਰੈਟਿਕ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੁਆਰਾ ਜੱਜ ਵਜੋਂ ਨਾਮਜ਼ਦ ਕੀਤੇ ਗਏ ਕੋਂਟਰਿਆਸ ਨੇ ਇੰਗਲਿਸ਼ ਨੂੰ 6 ਸਾਲ ਅਤੇ 1 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ, ਜਿਸ ਤੋਂ ਬਾਅਦ 3 ਸਾਲ ਤੱਕ ਸੁਪਰਵਾਈਜ਼ਡ ਰਿਲੀਜ਼ ਹੋਵੇਗੀ। ਇੰਗਲਿਸ਼ ਆਪਣੀ ਗ੍ਰਿਫਤਾਰੀ ਤੋਂ ਬਾਅਦ ਤੋਂ ਹੀ ਜੇਲ੍ਹ ਵਿੱਚ ਹੈ ਅਤੇ ਉਸ ਨੂੰ ਹਿਰਾਸਤ ਵਿੱਚ ਬਿਤਾਏ ਲਗਭਗ 20 ਮਹੀਨਿਆਂ ਦੀ ਛੋਟ ਮਿਲੇਗੀ। ਇੰਗਲਿਸ਼ 27 ਜਨਵਰੀ 2025 ਨੂੰ ਆਪਣੇ ਆਪ ਪੈਟਰੋਲ ਬੰਬ ਲੈ ਕੇ ਕੈਪੀਟਲ ਆਈ ਸੀ। ਹਾਲਾਂਕਿ ਜੱਜ ਨੇ ਇਹ ਕਿਹਾ ਕਿ ਉਹ ਬੰਬ ਅੱਗ ਫੜਨ ਦੇ ਯੋਗ ਨਹੀਂ ਸਨ। ਸਰਕਾਰੀ ਵਕੀਲਾਂ ਨੇ ਇੰਗਲਿਸ਼ ਲਈ 10 ਸਾਲ ਦੀ ਜੇਲ੍ਹ ਦੀ ਸਜ਼ਾ ਦੀ ਸਿਫਾਰਿਸ਼ ਕੀਤੀ ਸੀ। ਅਸਿਸਟੈਂਟ ਯੂਐਸ ਅਟਾਰਨੀ ਬ੍ਰੈਡਨ ਹੋਰਨ ਨੇ ਇਹ ਕਿਹਾ ਕਿ ਇੰਗਲਿਸ਼ ਘੱਟੋ-ਘੱਟ 1 ਮਹੀਨੇ ਤੋਂ ਰਾਜਨੀਤਿਕ ਹੱਤਿਆ ਦੀ ਕੋਸ਼ਿਸ਼ ਦੀ ਯੋਜਨਾ ਬਣਾ ਰਹੀ ਸੀ। ਅਜਿਹੇ ਸਮੇਂ ਵਿੱਚ ਜਦੋਂ ਅਮਰੀਕਾ ਵਿੱਚ ਰਾਜਨੀਤਿਕ ਹਿੰਸਾ ਦਾ ਖਤਰਾ ਵੱਧ ਰਿਹਾ ਸੀ, ਸਰਕਾਰੀ ਵਕੀਲਾਂ ਨੇ ਦੱਸਿਆ ਕਿ ਉਸਨੇ ਇਹ ਕਿਹਾ ਕਿ ਉਹ ਇੱਕ ਮਿਸ਼ਨ ਤੇ ਸੀ ਅਤੇ ਲੁਈਗੀ ਮੈਗੀਨੋ ਦੀ ਵਜ੍ਹਾ ਨਾਲ ਕੁਝ ਸਮੇਂ ਤੋਂ ਇਸ ਬਾਰੇ ਸੋਚ ਰਹੀ ਸੀ। ਸਰਕਾਰੀ ਵਕੀਲਾਂ ਦੇ ਅਨੁਸਾਰ ਇੰਗਲਿਸ਼ ਨੇ ਅਧਿਕਾਰੀਆਂ ਨੂੰ ਇਹ ਦੱਸਿਆ ਕਿ ਉਹ ਲਾ ਇਲਾਜ ਬਿਮਾਰੀ ਨਾਲ ਜੂਝ ਰਹੀ ਸੀ ਅਤੇ ਮਰਨ ਤੋਂ ਪਹਿਲਾਂ ਕੁਝ ਕਰਨਾ ਚਾਹੁੰਦੀ ਸੀ। ਪੁਲਿਸ ਦੇ ਅਨੁਸਾਰ ਇੰਗਲਿਸ਼ ਨੇ ਇਹ ਵੀ ਕਿਹਾ ਕਿ ਉਸਨੇ ਮੈਸੇਚਿਉਸੇਟਸ ਤੋਂ ਵਾਸ਼ਿੰਗਟਨ ਤੱਕ ਦਾ ਸਫ਼ਰ ਦੂਜੇ ਰਿਪਬਲਿਕਨ ਰਾਜਨੀਤਿਕ ਨੇਤਾਵਾਂ, ਡਿਫੈਂਸ ਸੈਕਟਰੀ ਪੀਟ ਹੈਗਸੇਥ ਅਤੇ ਹਾਊਸ ਸਪੀਕਰ ਮਾਈਕ ਜੌਨਸਨ ਨੂੰ ਮਾਰਨ ਅਤੇ ਕੰਜ਼ਰਵੇਟਿਵ ਥਿੰਕ ਟੈਂਕ ਹੈਰੀਟੇਜ ਫਾਊਂਡੇਸ਼ਨ ਨੂੰ ਸਾੜਨ ਦੇ ਇਰਾਦੇ ਨਾਲ ਕੀਤੀ ਸੀ। ਪੁਲਿਸ ਨੇ ਦੱਸਿਆ ਕਿ ਇੰਟਰਨੈਟ ਤੇ ਬੇਸੈਂਟ ਦੀ ਕਨਫਰਮੇਸ਼ਨ ਹੀਅਰਿੰਗ ਬਾਰੇ ਇੱਕ ਪੋਸਟ ਪੜਨ ਤੋਂ ਬਾਅਦ ਇੰਗਲਿਸ਼ ਨੇ ਆਪਣਾ ਟਾਰਗੇਟ ਬਦਲ ਲਿਆ। ਜੈਕਬ ਨੇ ਇਹ ਕਿਹਾ ਕਿ ਪਿਛਲੇ ਸਾਲ ਇੰਗਲਿਸ਼ ਦੀਆਂ ਹਰਕਤਾਂ ਮਦਦ ਦੀ ਗੁਹਾਰ ਸਨ। ਜੱਜ ਨੇ ਵੀ ਕਿਹਾ ਇਸ ਗੱਲ ਦਾ ਕੋਈ ਸੰਕੇਤ ਨਹੀਂ ਸੀ ਕਿ ਉਸ ਦਿਨ ਉਹ ਸੋਚ ਸਮਝ ਕੇ ਕੰਮ ਕਰ ਰਹੀ ਸੀ। ਕੈਨੇਡਾ ਦੇ ਵਿੱਚ ਪੰਜਾਬੀ ਵਿਦਿਆਰਥੀਆਂ ਉੱਤੇ ਬਾਰਡਰ ਏਜੰਟਾਂ ਦਾ ਦੂਜਾ ਛਾਪਾ ਐਡਮਿੰਟਨ ਸ਼ਹਿਰ ਵਿੱਚ ਵੱਜਣ ਦੀ ਰਿਪੋਰਟ ਹੈ ਅਤੇ ਬਾਰਡਰ ਅਫਸਰਾਂ ਦੇ ਵੱਲੋਂ ਘੱਟੋ-ਘੱਟ 5 ਪੰਜਾਬੀ ਨੌਜਵਾਨਾਂ ਨੂੰ ਰੋਕ ਕੇ ਇਮੀਗ੍ਰੇਸ਼ਨ ਸਟੇਟਸ ਬਾਰੇ ਪੁੱਛ ਪੜਤਾਲ ਕੀਤੀ ਗਈ। ਦੂਜੇ ਪਾਸੇ ਕੁਝ ਰਿਪੋਰਟਾਂ ਦਾ ਇਹ ਕਹਿਣਾ ਹੈ ਕਿ ਐਡਮਿੰਟਨ ਦੇ ਮਿਲਵੁੱਡਸ ਇਲਾਕੇ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਮੰਗ ਕਰਦਿਆਂ ਲੱਗਾ ਧਰਨਾ ਪਹਿਲਾਂ ਹੀ ਚੁਕਾ ਦਿੱਤਾ ਗਿਆ। ਟ੍ਰਾਂਸਲੇਸ਼ਨਲ ਟੂਲਸ ਯਾਨੀ ਕਿ ਟ੍ਰਾਂਸਲੇਸ਼ਨਸ ਟੂਲਸ ਐਂਡ ਰਿਸੋਰਸਿਸ ਐਡਮਿੰਟਨ ਦੇ ਮਿਲਵੁੱਡਸ ਇਲਾਕੇ ਵਿੱਚ ਪੁੱਛ ਪੜਤਾਲ ਦੀ ਰਿਪੋਰਟ ਦੱਸਦੀ ਹੈ ਕਿ ਪੋਰਟੇਸ ਕਾਲਜ ਦੇ ਵਿਦਿਆਰਥੀਆਂ ਨੇ ਪੜ੍ਹਾਈ ਖਤਮ ਹੋਣ ਮਗਰੋਂ ਵਰਕ ਪਰਮਿਟ ਨਾ ਮਿਲਣ ਕਰਕੇ ਰੋਸ ਵਜੋਂ ਕੈਲਗਰੀ ਅਤੇ ਐਡਮਿੰਟਨ ਵਿਖੇ ਧਰਨਾ ਲਾਉਂਦਿਆਂ ਲੜੀਵਾਰ ਭੁੱਖ ਹੜਤਾਲ ਆਰੰਭੀ। ਪਰ ਕੈਲਗਰੀ ਵਾਲੇ ਧਰਨੇ ਦੇ ਛਾਪੇ ਦੌਰਾਨ 12 ਜਣਿਆਂ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਾਲਿਆਂ ਨੇ ਨੋਟਿਸ ਟੂ ਅਪੀਅਰ ਜਾਰੀ ਕਰ ਦਿੱਤੇ। ਇਸ ਮਗਰੋਂ ਕੈਲਗਰੀ ਦਾ ਧਰਨਾ ਖਤਮ ਕਰ ਦਿੱਤਾ ਗਿਆ ਅਤੇ ਐਡਮਿੰਟਨ ਵਿਖੇ ਗਿਣਤੀ ਘਟਣ ਦੀ ਰਿਪੋਰਟ ਸਾਹਮਣੇ ਆਈ। ਉਧਰ ਹੀ ਮੰਗਲਵਾਰ ਦੇਰ ਸ਼ਾਮ ਬਾਰਡਰ ਅਫਸਰਾਂ ਦੇ ਮਿਲਵੁੱਡਸ ਪੁੱਜਣ ਅਤੇ ਵਿਦਿਆਰਥੀਆਂ ਤੋਂ ਪੁੱਛ ਪੜਤਾਲ ਕੀਤੇ ਜਾਣ ਦੇ ਵੇਰਵੇ ਸਾਹਮਣੇ ਆਏ ਹਨ। ਅਮਰੀਕਾ ਤੋਂ ਇੱਕ ਸਨਸਨੀਖੇਜ਼ ਖਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪੈਨਸਿਲਵੇਨੀਆ ਸੂਬੇ ਦੇ ਕੰਬਰਲੈਂਡ ਕਾਉਂਟੀ ਸਥਿਤ ਕਾਰਲਾਈਲ 에ਅਰਪੋਰਟ ਨੇੜੇ ਟ੍ਰੇਨਿੰਗ ਦੌਰਾਨ ਪੈਨਸਿਲਵੇਨੀਆ ਸਟੇਟ ਪੁਲਿਸ ਦੇ ਹੈਲੀਕਾਪਟਰ ਅਤੇ ਇੱਕ ਛੋਟੇ ਜਹਾਜ਼ ਦੀ ਹਵਾ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ ਜਹਾਜ਼ ਦੇ ਪਾਇਲਟ ਦੀ ਮੌਤ ਹੋ ਗਈ ਹੈ, ਜਦਕਿ ਹੈਲੀਕਾਪਟਰ ਸਵਾਰ 2 ਪੁਲਿਸ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ ਇਹ ਹਾਦਸਾ ਬੁੱਧਵਾਰ ਰਾਤ ਨੂੰ ਉਸ ਸਮੇਂ ਵਾਪਰਿਆ ਜਦੋਂ ਪੁਲਿਸ ਦਾ ਬੈਲ 407 ਹੈਲੀਕਾਪਟਰ ਟ੍ਰੇਨਿੰਗ ਐਕਸਰਸਾਈਜ਼ ਕਰ ਰਿਹਾ ਸੀ। ਇਸ ਦੌਰਾਨ ਇੱਕ ਛੋਟਾ ਜਹਾਜ਼ ਹੈਲੀਕਾਪਟਰ ਦੇ ਨਾਲ ਆ ਟਕਰਾਇਆ ਤੇ ਦੋਵੇਂ 에ਅਰਕ੍ਰਾਫਟ ਕ੍ਰੈਸ਼ ਹੋ ਕੇ ਜ਼ਮੀਨ ਤੇ ਆ ਡਿੱਗੇ। ਹਾਦਸੇ ਦੇ ਛੋਟੇ ਜਹਾਜ਼ ਦੇ ਪਾਇਲਟ ਦੀ ਮੌਕੇ ਤੇ ਮੌਤ ਹੋ ਗਈ ਹੈ, ਜਦਕਿ ਹੈਲੀਕਾਪਟਰ 'ਚ ਮੌਜੂਦ ਪੈਨਸਿਲਵੇਨੀਆ ਸਟੇਟ ਪੁਲਿਸ ਦੇ 2 ਅਧਿਕਾਰੀ ਕਾਰਪੋਰਲ ਬ੍ਰਾਈਸ ਕੋਰਮੈਨ ਅਤੇ ਟੂਪਰ ਜੇਸਨ ਮਿਲਸ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਪੈਨ ਸਟੇਟ ਹਰਸ਼ੇ ਮੈਡੀਕਲ ਸੈਂਟਰ 'ਚ ਭਰਤੀ ਕਰਵਾਇਆ ਗਿਆ। ਪੈਨਸਿਲਵੇਨੀਆ ਦੇ ਗਵਰਨਰ ਜੋਸ਼ ਨੇ ਹਸਪਤਾਲ ਪਹੁੰਚ ਕੇ ਜ਼ਖਮੀ ਪੁਲਿਸ ਕਰਮਚਾਰੀਆਂ ਦਾ ਹਾਲ ਚਾਲ ਜਾਣਿਆ। ਅਮਰੀਕੀ ਟਰਾਂਸਪੋਰਟ ਸੈਕਟਰੀ ਸੀਨ ਡਫੀ ਨੇ ਵੀ ਇਸ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਅਤੇ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਅਤੇ FAA ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਮੇਲ ਯੂਐਸਏ ਦੇ ਨਾਲ। IPTV ਬੁੱਕਸ ਇਲਾਵਾ ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ Facebook, TikTok, Instagram, YouTube ਤੇ ਸਬਸਕ੍ਰਾਈਬ ਤੇ ਫੋਲੋ ਕਰ ਸਕਦੇ ਹੋ ਤਾਂ ਜੋ ਤਾਜ਼ਾ ਖਬਰਾਂ ਤੇ ਖਾਸ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ। ਇਸ ਦੇ ਨਾਲ ਸਾਡੇ ਖਾਸ ਪ੍ਰੋਗਰਾਮ ਤੇ ਫਿਲਹਾਲ ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ ਹੈ ਜੀ। ਮੈਨੂੰ ਯਾਨੀ ਸੁਰਬਿੰਦੋ ਇਜਾਜ਼ਤ, ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।